ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਵਾਰ ਦੀਆਂ ਤਕਰੀਬਨ 15 ਪੌੜੀਆਂ ਕਰ ਚੁੱਕੇ ਹਾਂ। ਅੱਜ ਆਪਾਂ 16ਵੀਂ ਪੌੜੀ ਦੀ ਵਿਚਾਰ ਕਰਨੀ ਹੈ, ਨਾਲ ਸ਼ਲੋਕ ਵੀ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਰਾਤ ਆਪਣੇ ਲੋਕ ਸੰਗਤ ਦਾ ਕੀਰਤਨ ਦਾ ਪ੍ਰੋਗਰਾਮ ਸੀ, ਸੋ ਕਾਫੀ ਲੇਟ ਹੋ ਗਏ। ਉਸ ਕਰਕੇ ਪਰ ਚਲੋ, ਜਿਨ੍ਹਾਂ ਨੇ ਜੁਆਇਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ। ਆਪਾਂ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣੇ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਅੰਤਰ ਪੂਜਾ ਪੜੇ ਕਤੇਬਾ, ਸੰਜਮ ਤੁਰਕਾਂ ਭਾਈ। ਛੋਡੀ ਲੈ ਪਾਖੰਡਾ, ਨਾਮ ਲੈਂ ਜਾਏ ਤਰੰਗਾ। ਇਸ ਸ਼ਲੋਕ ਦੀ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਦੇਖੋ, ਹਿੰਦੂਇਜ਼ਮ ਦੇ ਵਿੱਚ cows are very important to Hindu because they are considered to be like mothers. ਮਾਵਾਂ ਜਿਵੇਂ ਬੱਚਿਆਂ ਨੂੰ ਦੁੱਧ ਪਿਆਉਂਦੀਆਂ ਨੇ, ਇਸ ਤਰ੍ਹਾਂ ਗਾਂ ਵੀ ਦੁੱਧ ਦਿੰਦੀ ਹੈ, which is most important thing for growing up and staying healthy. So ਬ੍ਰਾਹਮਣ ਗਊ ਮਾਤਾ ਤੇ ਗਊ ਦਾਨ ਦੀ ਡੋਂਡੀ ਪਿੱਟਦਾ ਤੇ ਗਊ ਦੇ ਗੋਬਰ ਦਾ ਚੌਂਕਾ ਚੌਂਕੇ ਵਿੱਚ ਗੋਬਰ ਦਾ ਪੋਚਾ ਦੇਣ ਨੂੰ ਪਵਿੱਤਰ ਆਖਦਾ। ਪਰ ਇਸ ਕਰਮ ਕਾਂਡ ਨਾਲ ਭਵ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰੇ ਤਰਨ ਨ। ਗਊ ਦਾਨ ਬਾਰੇ ਬਹੁਤ ਗੱਲਾਂ ਕਰਦੇ ਨੇ। ਉਸੇ ਗਊ ਦੇ ਗੋਬਰ ਦਾ ਪੋਚਾ ਦਿੰਦੇ ਨੇ ਚੌਂਕੇ ਦੇ ਵਿੱਚ, ਚੌਂਕਾ ਜਿੱਥੇ ਖਾਣਾ ਪਕਾਇਆ ਜਾਂਦਾ, ਕਿਚਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਪਹਿਲਾਂ ਇਹ ਓਪਨ ਹੁੰਦਾ ਸੀ, ਉੱਥੇ ਚੌਂਕਾ ਕਿਹਾ ਜਾਂਦਾ ਸੀ। ਪਰ ਇਹ ਬਾਬਾ ਨਾਨਕ ਡਿਕਲੇਅਰ ਕਰਦੇ ਆ ਕਿ ਇਹ ਟੋਟਲੀ ਕਰਮਕਾਂਡ ਹੈ। ਇਸ ਕਰਮਕਾਂਡ ਦੇ ਨਾਲ ਭਵ ਸਾਗਰ ਤੋਂ ਤਰਿਆ ਨਹੀਂ ਜਾ ਸਕਦਾ। ਹੋਰ ਅੱਗੇ ਚਲੀਏ, ਲਾਈਨ ਬਾਈ ਲਾਈਨ ਵਿਚਾਰਦੇ ਜਾਣ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਬ੍ਰਾਹਮਣ ਧੋਤੀ ਪਾਉਂਦਾ, ਮੱਥੇ ਤੇ ਚੰਦਨ ਦਾ ਟਿੱਕਾ ਮਾਲਾ ਵੀ ਫੇਰਦਾ ਹੈ, ਪਰ ਸਾਰੇ ਪਦਾਰਥ ਕੁਕਰਮੀਆਂ ਤੇ ਪਾਪੀਆਂ ਦੇ ਘਰੋਂ ਹੀ ਖਾਂਦਾ। ਧਾਨ ਮਲੇਛਾਂ ਖਾਈ। ਇਹ ਹੁਣੇ ਕਲੀਅਰ ਹੁੰਦਾ ਵੀ ਜਿਹੜਾ ਬ੍ਰਾਹਮਣ ਸੀ ਉਹ ਹੋਰਨਾਂ ਜ਼ਾਤ ਦੇ ਲੋਕਾਂ ਤੋਂ ਦਾਨ ਵੀ ਲੈਂਦਾ ਸੀ, ਖਾਣਾ ਵੀ ਖਾਂਦਾ ਸੀ, ਜਿਨ੍ਹਾਂ ਨੂੰ ਉਹ ਚੰਗਾ ਨਹੀਂ ਸੀ ਸਮਝਦੇ। ਇਸੇ ਕਰਕੇ ਬਾਬਾ ਨਾਨਕ ਨੇ ਟੋਂਟ ਮਾਰਿਆ, ਧਾਨ ਮਲੇਛਾਂ ਖਾਈ। ਕਹਿੰਦੇ ਵੀ ਸਾਰੇ ਪਦਾਰਥ ਕੁਕਰਮੀਆਂ ਤੇ ਪਾਪੀਆਂ ਦੇ ਘਰੋਂ ਹੀ ਖਾਂਦਾ। ਅੰਤਰ ਪੂਜਾ ਪੜੇ ਕਤੇਬਾ, ਸੰਜਮ ਤੁਰਕਾਂ ਭਾਈ। ਬ੍ਰਾਹਮਣ
ਮੰਦਰ ਜਾਂ ਘਰ 'ਚ ਬੈਠ ਕੇ ਪੂਜਾ ਕਰਦਾ ਹੈ। ਮੌਲਵੀ ਕੁਰਾਨ ਸ਼ਰੀਫ ਪੜ੍ਹ ਕੇ ਹਦੀਸ ਮੁਤਾਬਕ, ਹਦੀਸ ਕਹਿੰਦੇ ਆ ਸੰਜਮ। ਸੰਜਮ ਦਾ ਮਤਲਬ ਹੈ ਰਹਿਤ ਮਰਿਆਦਾ, ਕੋਡ ਆਫ ਕੰਡਕਟ। ਸਿੱਖਾਂ 'ਚ ਵੀ ਇਹਨੂੰ ਮਰਿਆਦਾ ਕਿਹਾ ਜਾਂਦਾ ਹੈ, ਹਿੰਦੂਇਜ਼ਮ 'ਚ ਵੀ ਮਰਿਆਦਾ ਕਿਹਾ ਜਾਂਦਾ ਹੈ, ਸੰਜਮ ਕਿਹਾ ਜਾਂਦਾ ਹੈ। ਮੁਸਲਮਾਨਾਂ ਦੇ ਵਿੱਚ ਇਹਨੂੰ ਹਦੀਸ ਕਿਹਾ ਜਾਂਦਾ। ਸੋ ਬ੍ਰਾਹਮਣ ਮੰਦਰ ਜਾਂ ਘਰ 'ਚ ਬੈਠ ਕੇ ਪੂਜਾ ਕਰਦਾ ਹੈ। ਮੌਲਵੀ ਕੁਰਾਨ ਸ਼ਰੀਫ ਪੜ੍ਹ ਕੇ ਹਦੀਸ ਮੁਤਾਬਕ ਜ਼ਿੰਦਗੀ ਜਿਉਣ ਲਈ ਪ੍ਰੇਰਨਾ ਦਿੰਦੇ ਆ। ਅੰਤਰੇ ਪੂਜਾ, ਪੜ੍ਹੇ ਕਿਤਾਬਾਂ, ਸੰਜਮ ਤੁਰਕਾਂ ਭਾਈ। ਦੇਖੋ ਕਿੱਡੀ ਵੱਡੀ ਗੱਲ ਅੱਗੇ ਬਾਬਾ ਨਾਨਕ ਕਹਿ ਰਹੇ ਔਰ ਲਿਖ ਕੇ ਦੇ ਰਹੇ ਬਲੈਕ ਐਂਡ ਵਾਈਟ। ਬਾਬਾ ਨਾਨਕ ਸਮਝਾਉਂਦੇ ਨੇ ਕਿ ਇਹ ਸਾਰੇ ਪਖੰਡ, ਕਰਮਕਾਂਡ ਛੱਡੋ ਤੇ ਇਸ ਗੱਲ ਨੂੰ ਪੱਲੇ ਬੰਨੋ ਕਿ ਨਾਮ ਬੰਦਗੀ ਕਰਕੇ ਹੀ ਮਾਇਆ ਸਾਗਰ ਤੋਂ ਤਰਿਆ ਜਾਣਾ ਹੈ। ਛੋਡੀ ਲੈ ਪਾਖੰਡਾ, ਨਾਮ ਲਿਆ ਜਾਏ ਧਰਮ। ਨਾਮ ਤੋਂ ਬਿਨਾ ਨਹੀਂ ਤਰਿਆ ਜਾ। ਬ੍ਰਾਹਮਣ ਗਊ ਮਾਤਾ ਦੀ ਵੀ ਪੂਜਾ ਕਰਦੇ ਆ। ਗਊ ਮਾਤਾ ਦੇ ਗੋਬਰ ਦੇ ਨਾਲ ਚੌਂਕਾ ਵੀ ਲਿਪਦੇ ਆ। ਧੋਤੀ ਪਾਉਂਦੇ ਨੇ, ਮੱਥੇ ਤੇ ਚੰਦਨ ਦਾ ਟਿੱਕਾ, ਮਾਲਾ ਵੀ ਫੇਰਦੇ ਆ। ਤੇ ਜਿਨ੍ਹਾਂ ਨੂੰ ਉਹ ਮਾੜਾ ਕਹਿੰਦੇ ਆ ਉਹਨਾਂ ਦੇ ਘਰੋਂ ਹੀ ਉਹ ਖਾਣਾ ਵੀ ਖਾਂਦੇ ਆ। ਪੂਜਾ ਕਰਦੇ ਆ ਘਰ 'ਚ ਬਹਿ ਕੇ ਜਾਂ ਪੂਜਾ ਦਾ ਕੋਈ ਖਾਸ ਸਥਾਨ ਤੇ ਬਹਿ ਕੇ। ਇਵੇਂ ਹੀ ਮੌਲਵੀ ਜਿਹੜੇ ਕੁਰਾਨ ਸ਼ਰੀਫ ਪੜ੍ਹ ਕੇ ਹਦੀਸ ਦੇ ਮੁਤਾਬਕ ਜ਼ਿੰਦਗੀ ਜਿਉਣ ਵਾਸਤੇ ਕਹਿੰਦੇ ਆ। ਪਰ ਬਾਬਾ ਨਾਨਕ ਸਭ ਕਾਸੇ ਨੂੰ ਰੱਦ ਕਰਕੇ ਕਹਿੰਦੇ ਛੋਡੀ ਲੈ ਪਾਖੰਡਾ। ਕਹਿੰਦੇ ਸਾਰੇ ਕਰਮਕਾਂਡ ਪਖੰਡ ਛੱਡੋ, ਨਾਮ ਲਈਆਂ ਜਾਏ ਧਰਮ। ਇਹ ਗੱਲ ਪੱਲੇ ਬੰਨ ਲਓ ਕਿ ਨਾਮ ਤੋਂ ਬਿਨਾ, ਬੰਦਗੀ ਤੋਂ ਬਿਨਾ ਮਾਇਆ ਸਾਗਰ ਤੋਂ ਨਹੀਂ ਤਰਿਆ ਜਾਣਾ। ਇਹ ਸ਼ਲੋਕ ਹੈ। ਅੱਗੇ ਚਲੀਏ। ਸਾਡੇ ਪ੍ਰਚਾਰਕ ਪੜ੍ਹਦੇ ਨੇ, ਗਾਉਂਦੇ ਨੇ ਰਾਗੀ, ਲੇਕਿਨ ਇਹਨੂੰ ਪਤਾ ਨਹੀਂ ਉਹ ਜਾਣਦੇ ਨੇ ਜਾਂ ਇਹਨੂੰ ਪ੍ਰਚਾਰਨਾ ਨਹੀਂ ਚਾਹੁੰਦੇ ਵੀ ਕੋਈ ਸਾਡਾ ਦੁਸ਼ਮਣ ਨਾ ਬਣ ਜੇ, ਸਾਨੂੰ ਕੋਈ ਏਦਾਂ ਨਾ ਕਹਿ ਦੇ। ਮਹੱਲਾ ਪਹਿਲਾ। ਹਾਂਜੀ, ਕਿਸੇ ਸੱਜਣ ਨੇ, ਉਹਨਾਂ ਦਾ ਨਾਮ ਹੈ 42 42। ਉਹਨਾਂ ਨੇ ਹੈਂਡ ਰੇਜ਼ ਕੀਤਾ। ਪਲੀਜ਼ ਵਿਚਾਰ ਮੁੱਕ ਲੈਣ ਦਿਓ ਤੇ ਆਪਾਂ ਉਹਦੇ ਬਾਅਦ ਤੁਹਾਡਾ ਜੋ ਵੀ ਸ਼ੱਕ ਸ਼ੁਬਾ ਹੋਊ ਤੁਸੀਂ ਉੱਥੇ ਕੱਢਿਓ। ਮਹੱਲਾ ਪਹਿਲਾ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ। ਹੁਣ ਕਾਜੀ ਤੇ ਮੁਸਲਮਾਨ ਹਾਕਮ ਵੱਡੀ ਖੋਰੇ। ਮਾਨਸ ਖਾਣੇ ਕਰੇ ਨਵਾਜ, ਛੁਰੀ ਵਗਾਇਨ ਤਿੰਨ ਗਲ ਤਾਗ। ਕਾਜ਼ੀ
ਤੇ ਮੁਸਲਮਾਨ ਹਾਕਮ ਵੱਡੀ ਖੋਰੇ ਨੇ, ਪਰ ਫਿਰ ਵੀ ਉਹ 5 ਸਮੇਂ ਦੀ ਨਮਾਜ਼ ਪੜ੍ਹਦੇ ਆ। ਮਾਨਸ ਖਾਣੇ ਕਰੇ ਨਿਵਾਜ, ਛੁਰੀ ਵਗਾਇਨ 3 ਗਲਤਾਰ। ਇਹ ਇਹਨਾਂ ਹਾਕਮਾਂ ਦੇ ਜੋ ਮੁਨਸ਼ੀ ਨੇ, ਇਹ ਵੱਡੇ ਵੱਡੇ ਹਾਕਮ ਹੁੰਦੇ ਸੀ, ਔਰ ਉਹ ਨਵਾਬ ਹੁੰਦੇ ਸੀ, ਜਿੱਦਾਂ ਆਪਣੀ ਹਿਸਟਰੀ 'ਚ ਵੀ ਹੈ। ਇਹ ਜੋ ਉਹਨਾਂ ਦੇ ਮੁਨਸ਼ੀ ਹੁੰਦੇ ਸੀ, ਅੱਗੇ ਨੌਕਰ ਰੱਖੇ ਹੁੰਦੇ ਸੀ, ਉਹ ਗਰੀਬਾਂ ਤੇ ਛੁਰੀ ਚਲਾਉਂਦੇ ਸੀ, ਭਾਵ ਜ਼ੁਲਮ ਕਰਦੇ ਸੀ। ਬੇਸ਼ੱਕ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਗਲਾਂ 'ਚ ਭਾਵੇਂ ਜਨੇਊ ਵੀ ਪਾਇਆ ਹੋਇਆ। ਇਹ ਆਪਣੇ ਹਿਸਟਰੀ 'ਚ ਵੀ ਆਉਂਦਾ ਹੈ ਕਿ ਉਹ ਜਿਹੜਾ ਸਰਹੰਦ ਦਾ ਨਵਾਬ ਸੀ, ਉਹਦਾ ਜਿਹੜਾ ਅੱਗੇ ਰੱਖਿਆ ਸੀ ਬੰਦਾ, ਉਹਦਾ ਨਾਮ ਮੈਨੂੰ ਵਿਸਰ ਗਿਆ ਹਿਸਟਰੀ 'ਚੋਂ, ਚੰਦੂ ਸੀ ਸ਼ਾਇਦ। ਦੇਖੋ, ਉਹ ਵੀ ਹਿੰਦੂਇਜ਼ਮ ਪੂਰਾ ਧਾਰ ਕੇ ਰੱਖਦਾ ਸੀ, ਪਰ ਉਹ ਕਿਸ ਤਰ੍ਹਾਂ ਦਾ ਉਹਦਾ ਕਰੈਕਟਰ ਸੀ ਆਪਾਂ ਸਾਰੇ ਜਾਣਦੇ। ਮਾਨਸ ਖਾਣੇ ਕਰੇ ਨਿਵਾਜ਼, ਇੱਕ ਪਾਸੇ ਉਹ ਵੱਡੀ ਖੋਰੇ ਬੰਦੇ, ਮਾਨਸ ਖਾਣੇ, ਲੋਕਾਂ ਨਾਲ ਜ਼ੁਲਮ ਕਰਨ ਵਾਲੇ, ਲੋਕਾਂ ਤੋਂ ਵੱਡੀ ਲੈਣ ਵਾਲੇ, ਔਰ ਉਹ ਪੰਜ ਸਮੇਂ ਦੀ ਨਮਾਜ਼ ਵੀ ਪੜ੍ਹਦੇ ਆ। ਤੇ ਦੂਜੇ ਜਿਹੜੇ ਇਹਨਾਂ ਦੇ ਨੌਕਰ ਜਾਂ ਹਾਕਮਾਂ ਦੇ ਜੋ ਮੁਨਸ਼ੀ, ਉਹ ਗਰੀਬਾਂ ਤੇ ਛੁਰੀ ਚਲਾਉਂਦੇ ਆ, ਉਹ ਵੀ ਜ਼ੁਲਮ ਕਰਦੇ ਆ। ਬੇਸ਼ੱਕ ਉਹਨਾਂ ਨੇ ਵੀ ਆਪਣੇ ਗਲਾਂ 'ਚ ਜਨੇਊ ਪਾਇਆ ਹੋਇਆ। 3 ਘਰੇ ਬ੍ਰਾਹਮਣ ਪੂਰੇ ਨਾਦ, 3 ਘਰੇ ਬ੍ਰਾਹਮਣ ਪੂਰੇ ਨਾਦ। ਉਹ ਜੋ ਬ੍ਰਾਹਮਣ ਸੀ, ਮੁਨਸ਼ੀ ਦਾ ਕੰਮ ਕਰਨ ਵਾਲਾ, ਇਹ ਜ਼ਾਲਮ ਲੋਕਾਂ ਦੇ ਘਰਾਂ ਵਿੱਚ ਜਾ ਕੇ ਸ਼ੰਖ ਪੂਰਦੇ ਸੀ। ਉਹਨਾਂ ਪੇ ਆਵੇ ਉਹੀ ਸਾਧ। ਅਤੇ ਬ੍ਰਾਹਮਣ ਵੀ ਜ਼ੁਲਮ ਨਾਲ ਕਮਾਏ ਹੋਏ ਪਦਾਰਥਾਂ ਦਾ ਸਵਾਦ ਚੱਖਦੇ ਸੀ। ਕੂੜੀ ਰਾਸ ਕੂੜਾ ਵਪਾਰ, ਇਹਨਾਂ ਲੋਕਾਂ ਦੀ ਕਮਾਈ ਝੂਠ ਅਤੇ ਬੇਈਮਾਨੀ ਦੀ ਹੀ ਹੈ, ਤੇ ਧੰਦਾ ਵੀ ਠੱਗੀ ਠੋਰੀ ਦਾ ਹੀ ਹੈ। ਕੂੜੀ ਰਾਸ ਕੂੜਾ ਵਪਾਰ, ਇਹਨਾਂ ਲੋਕਾਂ ਬਾਰੇ ਗੱਲ ਹੋ ਰਹੀ ਹੈ। ਕਾਜ਼ੀ ਤੇ ਮੁਸਲਮਾਨ ਹਾਕਮ ਜਿਹੜੇ ਆ, ਮਾਨਸ ਖਾਣੇ, ਜਿਹੜੇ ਉਹਨਾਂ ਕੋਲ ਕੰਮ ਕਰਨ ਵਾਲੇ ਅੱਗੇ ਛੁਰੀ ਵਗਾਇਨ, ਇਹ ਕਨਸੈਪਟ ਸਮਝਣਾ ਪਊ। ਉਹਨਾਂ ਹਾਕਮਾਂ ਦੇ ਕੋਲ ਜਿਹੜੇ ਬ੍ਰਾਹਮਣ ਕੰਮ ਕਰਦੇ ਸੀ, ਉਹਨਾਂ ਦੇ ਵੀ ਜਨੇਊ ਪਾਇਆ ਹੋਇਆ। ਕਹਿਣ ਦਾ ਭਾਵ ਇਹ ਹੈ ਕਿ ਉਦਾਂ ਤਾਂ ਬੜੇ ਧਰਮੀ ਨੇ, ਉਹ ਸੰਜਮ 'ਚ ਰਹਿ ਰਹੇ ਆ, ਧਾਰਮਿਕ ਚਿੰਨ੍ਹ ਵੀ ਪਾਏ ਉਹਨਾਂ ਨੇ, 5 ਵਕਤ ਦੀ ਨਮਾਜ਼ ਹੈ, ਬ੍ਰਾਹਮਣ ਦੇ ਵੀ ਜਨੇਊ ਪਾਇਆ, ਪਰ ਇਹਨਾਂ ਲੋਕਾਂ ਦੀ ਕਮਾਈ ਝੂਠ ਤੇ ਬੇਈਮਾਨੀ ਦੀ ਹੈ, ਤੇ ਧੰਦਾ ਵੀ ਠੱਗੀ ਠੋਰੀ ਦਾ। ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਕੂੜ ਬੋਲ ਕਰੇ ਆਹਾਰ, ਕੇਵਲ ਝੂਠ ਬੋਲ ਬੋਲ ਕੇ ਆਪਣੀ ਰੋਜ਼ੀ ਕਮਾਉਂਦੇ ਆ। ਸ਼ਰਮ ਧਰਮ ਕਾ ਡੇਰਾ ਦੂਰ, ਇਹ ਲੋਕ ਸ਼ਰਮ ਹਿਆ ਤੋਂ, ਧਾਰਮਿਕ ਕੰਮਾਂ ਤੋਂ ਕੋਹਾਂ ਦੂਰ ਨੇ, ਨੇੜੇ ਤੇੜੇ ਵੀ ਨਹੀਂ। ਇਹਦਾ ਮਤਲਬ ਡਰੈਸ ਪਾ ਕੇ ਜਾਂ ਧਾਰਮਿਕ ਚਿੰਨ੍ਹ ਪਾ ਕੇ ਜਾਂ ਕੋਈ ਕੋਡ ਆਫ ਕੰਡਕਟ ਦੇ ਅਕੋਰਡਿੰਗਲੀ ਆਪਣਾ ਜੀਵਨ ਜਿਉ ਕੇ ਵੀ ਪਖੰਡੀ ਹੀ ਹੈ।
ਜੇਕਰ ਉਹ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ, ਜੇਕਰ ਉਹਦਾ ਜੀਵਨ ਓਨੈਸਟੀ ਵਾਲਾ ਨਹੀਂ ਹੈ, ਜੇਕਰ ਉਹਦੀ ਕਿਰਤ ਕਮਾਈ ਓਨੈਸਟੀ ਵਾਲੀ ਨਹੀਂ ਹੈ। ਨਾਨਕ ਕੂੜ ਰਹਿਆ ਭਰਪੂਰ। ਨਾਨਕ ਜੋਤ ਕੀ ਕਹਿੰਦੀ ਹੈ ਕਿ ਸਭ ਥਾਂ ਝੂਠ ਹੀ ਪ੍ਰਧਾਨ ਹੈ। ਮੱਥੈ ਟਿੱਕਾ ਤੇੜ ਧੋਤੀ ਕਖਾਈ। ਇਹ ਬ੍ਰਾਹਮਣ ਮੱਥੇ ਤੇ ਚੰਦਨ ਦਾ ਟਿੱਕਾ ਤੇ ਤੇੜ ਭੂਸਰੇ ਜਾਂ ਕਖਾਈ ਜਾਂ ਭਗਵੇਂ ਰੰਗ ਦੀ ਧੋਤੀ ਬੰਨ੍ਹਦੇ ਹਨ। ਕੱਖ ਨਹੀਂ ਹੁੰਦੇ, ਕੱਖਾਂ ਦਾ ਰੰਗ ਜਿਹੜਾ ਹੁੰਦਾ ਤਾਂ ਲਿਖਿਆ ਇੱਥੇ ਕਖਾਈ, ਕਿ ਉਹ ਕੱਖਾਂ ਦੇ ਰੰਗ ਵਰਗੀ। ਜੇ ਉਹ ਨਹੀਂ, ਉਹਨੂੰ ਭੂਸਰਾ ਰੰਗ ਵੀ ਕਹਿ ਦਿੱਤਾ ਜਾਂਦਾ। ਭਗਵਾਂ ਵੀ ਹੁੰਦਾ ਸੀ, ਉਹਦੀ ਵੀ ਧੋਤੀ ਬੰਨ੍ਹਦੇ ਸੀ। ਹੱਥ ਛੁਰੀ ਜਗਤ ਕਾ ਸਾਈ। ਇਹ ਧਰਮ ਦੇ ਠੇਕੇਦਾਰਾਂ ਨੇ ਮਾਨੋ ਹੱਥ 'ਚ ਛੁਰੀ ਲੈ ਕੇ ਕਸਾਈ ਦਾ ਰੂਪ ਧਾਰ ਕੇ ਲੋਕਾਂ ਤੇ ਜ਼ੁਲਮ ਢਾਇਆ ਪਿਆ। ਦੇਖੋ ਕਿੱਡੀ ਵੱਡੀ ਗੱਲ ਹੈ। ਹੱਥ ਛੁਰੀ ਜਗਤ ਕਾ ਸਾਈ। ਇਹ ਜਿਹੜੇ ਮੱਥੇ ਤੇ ਟਿੱਕਾ ਲਾਈ ਫਿਰਦੇ ਆ, ਜਿਹੜੇ ਤੇੜ ਕਖਾਈ ਭੂਸਰੇ ਜਾਂ ਭਗਵੇ ਰੰਗ ਦੀ ਧੋਤੀ ਪਾਈ ਫਿਰਦੇ ਆ, ਕੂੜ ਨਾਲ ਭਰੇ ਪਏ ਆ। ਉਹਨਾਂ ਦੀ ਕਮਾਈ ਝੂਠ ਦੀ ਆ, ਉਹਨਾਂ ਦਾ ਧੰਦਾ ਬੇਈਮਾਨੀ ਦਾ, ਠੱਗੀ ਠੋਰੀ ਦਾ। ਧੰਨ ਧੰਨ ਬਾਬਾ ਨਾਨਕ, ਧੰਨ ਬਾਬਾ ਨਾਨਕ। ਇਹਨੂੰ ਕਹਿੰਦੇ ਆ ਇਮਾਨਦਾਰੀ। ਆਪਣਾ ਸਿਧਾਂਤ ਨਹੀਂ ਛੱਡਣਾ, ਭਾਵੇਂ ਕੁਛ ਹੋ ਜਾਵੇ। ਇਹਨੂੰ ਕਹਿੰਦੇ ਆ ਸੱਚ ਬੋਲਣਾ। ਉਹਨਾਂ ਦੇ ਰਾਜ ਦੇ ਵਿੱਚ ਬਾਬੇ ਨਾਨਕ ਨੇ ਸੱਚ ਬੋਲਿਆ ਹੀ ਨਹੀਂ, ਲਿਖ ਕੇ ਰੱਖ ਦਿੱਤਾ। ਮਾਨਸ ਖਾਣੇ ਕਰੇ ਨਵਾਜ। ਉਹ ਕਹਿੰਦੇ ਤੁਸੀਂ ਇੰਨਾ ਬੰਦਿਆਂ ਦਾ ਲਹੂ ਪੀ ਰਹੇ ਹੋ, ਵੱਡੀ ਲੈ ਲੈ ਕੇ ਉਹਨਾਂ ਨੂੰ ਠੱਗ ਰਹੇ ਹੋ, ਤੇ 5 ਸਮੇਂ ਨਮਾਜ਼ ਵੀ ਪੜ੍ਹੀ ਜਾ ਰਹੇ ਹੋ। ਉਤੋਂ ਤੁਹਾਡੇ ਕੋਲ ਕੰਮ ਕਰਨ ਵਾਲੇ ਜਿਹੜੇ ਤੁਹਾਡੇ ਮੁਨਸ਼ੀ ਨੇ, ਇਹ ਲੋਕ ਸਮਾਜ ਤੇ ਹਾਵੀ ਹੁੰਦੇ ਸੀ। ਮੋਸਟਲੀ ਬ੍ਰਾਹਮਣ ਲੋਕ ਹੀ ਉਹਨਾਂ ਕੋਲ ਕੰਮ ਕਰਦੇ ਸੀ, ਮੁਨਸ਼ੀਆਂ ਦਾ। ਗਰੀਬਾਂ ਦੇ ਉੱਤੇ ਛੁਰੀ ਚਲਾਉਂਦੇ ਸੀ, ਜ਼ੁਲਮ ਕਰਦੇ ਸੀ। ਬੇਸ਼ੱਕ ਉਹਨਾਂ ਨੇ ਆਪਣੇ ਗਲਾਂ 'ਚ ਜਨੇਊ ਪਾਇਆ ਹੋਇਆ ਸੀ। ਉਹਨਾਂ ਦੀ ਕਮਾਈ ਝੂਠ ਦੀ, ਧੰਦਾ ਉਹਨਾਂ ਦਾ ਬੇਈਮਾਨੀ ਦਾ, ਠੱਗੀ ਠੋਰੀ ਦਾ। ਝੂਠ ਬੋਲ ਬੋਲ ਕੇ ਉਹ ਆਪਣੀ ਰੋਜ਼ੀ ਕਮਾਉਂਦੇ ਸੀ। ਸ਼ਰਮ ਹਿਆ, ਧਾਰਮਿਕ ਜੀਵਨ ਉਹਨਾਂ ਦੇ ਕਿਤੇ ਨੇੜੇ ਤੇੜੇ ਨਹੀਂ ਸੀ। ਬਾਬਾ ਨਾਨਕ ਕਹਿੰਦਾ ਸਭ ਥਾਂ ਝੂਠ ਹੀ ਪ੍ਰਧਾਨ ਹੈ। ਮੱਥੇ ਤੇ ਟਿੱਕਾ ਲਾਇਆ, ਤੇੜ ਕਖਾਈ ਧੋਤੀ ਪਾਈ ਹੈ, ਤੇ ਹੱਥ 'ਚ ਇਹਨਾਂ ਦੇ ਛੁਰੀ ਹੈ। ਕਸਾਈ ਦਾ ਰੂਪ ਧਾਰ ਕੇ ਇਹ ਲੁਕਾਈ ਤੇ ਜ਼ੁਲਮ ਕਰਦੇ ਨੇ। ਮੱਥਾ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ। ਹੋਰ ਅੱਗੇ ਚੱਲੀਏ, ਦੇਖੋ ਆ ਕੀ ਕੀ ਪਟਾਕਾ ਪਾਉਂਦਾ ਬਾਬਾ ਨਾਨਕ। ਕਹਿੰਦੇ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ। ਇਹ ਪਿੱਛੇ ਵੀ ਜ਼ਿਕਰ ਆਇਆ ਸੀ। ਇਹ ਜਿਹੜੇ ਨੀਲੇ ਵਸਤਰ ਹੁੰਦੇ ਸੀ, ਇਹ ਮੁਸਲਮਾਨ ਬਾਦਸ਼ਾਹਾਂ ਦਾ ਡਰੈਸ ਕੋਡ ਹੁੰਦਾ ਸੀ, ਕਿ ਉਹ ਜੇਕਰ ਉਹਨਾਂ ਦੇ ਕਿਸੇ ਨੇ ਉਹਨਾਂ ਦੇ ਦਰਬਾਰ 'ਚ ਜਾਣਾ, ਤੇ ਉਹ ਨੀਲੇ ਵਸਤਰ ਪਾ ਕੇ ਹੀ ਉਹਨਾਂ ਦੇ ਦਰਬਾਰ 'ਚ ਜਾਇਆ ਕਰਦਾ ਸੀ। ਜਾਂ ਉਹਨਾਂ ਨੇ ਵੈਸੇ ਵੀ ਹੁਕਮ ਦਿੱਤਾ ਸੀ ਵੀ ਇਹ ਨੀਲੇ ਵਸਤਰ ਪਾਉਣੇ। ਅੱਛਾ,
नील वस्त्र पैर होवे प्रवान। नीले कपड़े पहनण ਦੇ ਬਾਅਦ ਹੀ ਤੁਰਕ ਹਾਕਮਾਂ ਕੋਲ ਜਾਣ ਦੀ ਆਗਿਆ ਹੁੰਦੀ ਸੀ। ਮਲੇਛ ਧਾਨ ਲੈ ਪੂਜੇ ਪੁਰਾਣ। ਜ਼ਾਲਮ ਮਲੇਛ ਲੋਕਾਂ ਪਾਸੋਂ ਦਾਨ ਧਨ ਦੇ ਰੂਪ ਚ ਲੈ ਕੇ ਬ੍ਰਾਹਮਣ ਪੁਰਾਣਾਂ ਦੇ ਅਨੁਸਾਰ ਪੂਜਾ ਕਰਦੇ। ਦੇਖੋ, ਮਲੇਛ ਧਾਨ ਲੈ ਪੂਜੇ ਪੁਰਾਣ। ਅੱਛਾ, ਇੱਥੇ ਬਸ ਨਹੀਂ ਕਰ ਦਿੰਦੇ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਖਾਣੇ ਦੇ ਵਿੱਚ ਬੱਕਰਾ ਖਾਂਦੇ ਐ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੁੰਦਾ ਸੀ। ਇਹ ਫਿਰ ਕਿਉਂ ਨਾ ਲਿਖਦਾ ਬਾਬਾ ਨਾਨਕ, ਉਹ ਅਗੰਮੀ ਜੋਤ, ਕਿਉਂ ਨਾ ਇਦਾਂ ਦੀਆਂ ਗੱਲਾਂ ਕਰਦੇ? ਇੰਨੀ ਬੇਈਮਾਨੀ, ਇੰਨਾ ਝੂਠ, ਇੰਨਾ ਫਰੇਬ, ਉਹ ਵੀ ਧਰਮ ਦੇ ਨਾਮ ਦੇ ਉੱਤੇ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਪਿੱਛੇ ਆਪਾਂ ਉਹ ਜਨੇਊ ਵਾਲੀ ਸੈਰੇਮਨੀ ਦੀ ਵੀ ਗੱਲ ਕੀਤੀ ਸੀ, ਉਹਦੇ ਚ ਵੀ ਕਹੋ ਬੱਕਰਾ ਰਿੰਨ ਖਾਇਆ। ਉਹਨਾਂ ਨੇ ਕਸੂਲ ਬਣਾਇਆ ਸੀ ਵੀ ਆ ਇਦਾਂ ਆਓ ਭਗਤ ਕਰਨੀ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਉਹ ਬੱਕਰਾ ਜਿਹੜਾ ਕਲਮਾ ਪੜ੍ਹ ਕੇ ਹਲਾਲ ਕੀਤਾ ਹੁੰਦਾ ਸੀ ਬ੍ਰਾਹਮਣ ਨੂੰ, ਉਹ ਖਾਣ ਚ ਵੀ ਕੋਈ ਸੰਗ ਸ਼ਰਮ ਨਹੀਂ। ਚੌਕੇ ਉੱਪਰ ਕਿਸੇ ਨਾ ਜਾਣਾ। ਉਹ ਬ੍ਰਾਹਮਣ ਦੀ ਖਾਸ ਹਦਾਇਤ ਹੁੰਦੀ ਸੀ ਕਿ ਸਾਡੇ ਚੌਂਕੇ ਉੱਪਰ ਕੋਈ ਦੂਜਾ ਮਨੁੱਖ ਆ ਕੇ ਨਾ ਚੜੇ। ਕੋਈ ਅਪਵਿੱਤਰ ਬੰਦਾ, ਕੋਈ ਨੀਵੀਂ ਜ਼ਾਤ ਦਾ ਜਾਂ ਕੋਈ ਹੋਰ ਇੱਥੇ ਆ ਕੇ ਨਾ ਬੈਠੇ। ਦੇ ਕੇ ਚੌਂਕਾ ਕੱਢੀ ਕਾਰ। ਚੌਂਕਾ ਪੂਰ ਕੇ ਐਨ ਉਹਨੂੰ ਲਿਪ ਲੱਪ ਕੇ ਗੋਹੇ ਦੇ ਨਾਲ ਉਹਦੇ ਤੇ ਕਈ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਪਾ ਕੇ ਉਹਦੇ ਆਲੇ ਦੁਆਲੇ ਕਾਰ ਕੱਢਦੇ ਸੀ, ਲਾਈਨ ਪਾਉਂਦੇ ਸੀ, ਤਾਂ ਜੋ ਕੋਈ ਇਹਦੇ ਨੇੜੇ ਨਾ ਢੁੱਕੇ, ਇਹ ਲਾਈਨ ਕੋਈ ਕ੍ਰਾਸ ਕਰਕੇ ਚੌਂਕੇ ਚ ਨਾ ਵੜੇ। ਦੇ ਕੇ ਚੌਂਕਾ ਕੱਢੀ ਕਾਰ। ਦੇਖੋ, ਚੌਂਕੇ ਉੱਪਰ ਕਿਸੇ ਨਾ ਜਾਣਾ, ਦੇ ਕੇ ਚੌਂਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆ। ਉਹ ਫਿਰ ਉਸ ਚੌਂਕੇ ਦੇ ਵਿੱਚ ਮਨੁੱਖ ਆ ਕੇ ਬੈਠਦੇ ਜੋ ਆਪ ਝੂਠੇ ਤੇ ਵਿਕਾਰੀ, ਜਿਹੜੇ ਜਿਹੜੇ ਸੰਜਮ ਦੇ ਨਾਲ, ਜਿਨ੍ਹਾਂ ਨੂੰ ਹਦਾਇਤ ਹੁੰਦੀ ਸੀ ਵੀ ਇਹਨਾਂ ਨੇ ਜਾਣਾ ਉੱਥੇ, ਇਹੀ ਉੱਥੇ ਵੜ ਸਕਦੇ ਆ, ਉਹ ਆਪ ਝੂਠੇ ਤੇ ਵਿਕਾਰੀ ਹੁੰਦੇ ਸੀ। ਉੱਪਰ ਆਏ ਬੈਠੇ ਕੁੜਿਆ। ਮਤ ਭਿੱਟੇ ਵੇ ਮਤ ਭਿੱਟੈ। ਮਤ ਭਿੱਟੈ ਵੇ ਮਤ ਭਿੱਟੈ। ਹੋਰਨਾਂ ਨੂੰ ਤਾੜਨਾ ਕਰਦੇ ਰਹਿੰਦੇ, ਖਬਰਦਾਰ ਕੋਈ ਨੇੜੇ ਆਇਆ ਕਿਤੇ ਸਾਡਾ ਚੌਂਕਾ ਨਾ ਭਿੱਟਿਆ ਜਾਵੇ, ਸਾਡਾ ਭੋਜਨ ਨਾ ਖਰਾਬ ਹੋ ਜਾਵੇ। ਇਹ ਅੰਨ ਸਾਡਾ ਫਿੱਟੈ, ਤਨ ਫਿੱਟੈ ਫੇੜ ਕਰੇਨ। ਇਹ ਪੁਜਾਰੀ ਆਪ ਅਪਵਿੱਤਰ ਸਰੀਰਾਂ ਵਾਲੇ ਨੇ ਤੇ ਮੰਦੇ ਕਰਮ ਕਰਨ ਵਾਲੇ ਨੇ। ਤਨ ਫਿੱਟੈ ਫੇੜ ਕਰੇਨ, ਮਨ ਝੂਠੈ ਚੁਲੀ ਭਰੇਨ। ਪੁਜਾਰੀਆਂ ਦਾ ਮਨ ਮਲੀਨ ਹੈ, ਫਿਰ ਵੀ ਪੂਜਾ ਦੀ ਸਮਾਪਤੀ ਤੇ ਚੁਲੀਆਂ ਦੀ ਰਸਮ ਕਰਦੇ ਆ। ਕਹੋ ਨਾਨਕ ਸੱਚ ਧਿਆਈ ਹੈ। ਸੁੱਚ ਹੋਵੇ ਤਾਂ ਸੱਚ ਪਾਈ। ਰਿਜ਼ਲਟ ਕੱਢ ਕੇ ਰੱਖ। ਕਹੋ ਨਾਨਕ ਸੱਚ ਧਿਆਈ ਹੈ, ਸੋਚੇ ਹੋਵੇ ਤਾਂ ਸੱਚ ਪਾਈ। ਨਾਨਕ ਜੋਤ ਕਹਿੰਦੀ ਹੈ ਵੀ ਭਾਈ ਨਾਮ ਜਪੋ, ਪ੍ਰਭੂ ਦੇ ਨਾਲ ਧਿਆਨ ਜੋੜੋ, ਤਾਂ ਜੋ ਅੰਦਰੋਂ ਪਵਿੱਤਰਤਾ ਆਵੇ, ਅੰਦਰੋਂ ਅੰਦਰ ਦੀ ਪਵਿੱਤਰਤਾ ਆਵੇ, ਮਨ ਸਾਫ਼ ਹੋਵੇ, ਸੋਚ ਪਵਿੱਤਰ ਹੋਵੇ, ਤਾਂ ਹੀ ਉਸ ਅਕਾਲ ਪੁਰਖ ਦੀ, ਪ੍ਰਭੂ ਦੀ, ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਸੁੱਚ ਹੋਵੇ ਤਾਂ ਸੱਚ ਪਾਈਏ। ਇਹ ਸੁੱਚਮ ਬਾਹਰ ਦੀ ਨਹੀਂ ਹੈ, ਬਾਹਰ ਦੀ ਤਾਂ ਸਾਰੇ ਸ਼ਲੋਕ ਦੇ ਵਿੱਚ ਰਿਜੈਕਟ ਕਰਕੇ ਆਏ। ਕੇਵਲ ਇੱਕੋ ਚੀਜ਼ ਪ੍ਰਵਾਨ ਕੀਤੀ ਹੈ ਕਿ ਉਸ ਕਰਤੇ ਪੁਰਖ ਦੀ
बंदगी करनी है। कहो नानक सच ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਏ। ਇਹ ਸੁਚਮਤਾਈ ਜਿਹੜੀ ਹੈ ਇਹ ਮਨ ਦੀ ਕਰਨੀ ਹੈ, ਮਨ ਨੂੰ ਸਾਫ਼ ਕਰਨਾ। ਸੁਚਮਤਾਈ ਅੰਦਰ ਦੀ ਕਰਨੀ ਹੈ, ਤਾਂ ਹੀ ਅਸੀਂ ਅਕਾਲ ਪੁਰਖ ਦੀ ਪ੍ਰਾਪਤੀ ਕਰ ਸਕਦੇ ਹਾਂ। ਪੌੜੀ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਸਾਰੇ ਜੀਵ ਪ੍ਰਭੂ ਦੇ ਧਿਆਨ ਵਿੱਚ ਨੇ। ਪ੍ਰਭੂ ਆਪਣੀ ਨਜ਼ਰ ਵਿੱਚ ਰੱਖ ਕੇ ਜੀਵਾਂ ਤੋਂ ਕਾਰ ਕਰਾ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ। ਸਭ ਕੁਛ ਐਨ ਦੇਖ ਰਿਹਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ। ਆਪ ਹੀ ਕਰਤਾ ਪੁਰਖ ਰਹਿਮਤ ਕਰਕੇ ਜੀਵਾਂ ਤੋਂ ਬੰਦਗੀ ਕਰਵਾ ਕੇ ਵਡਿਆਈ ਦਿੰਦਾ ਹੈ। ਪੰਜ ਪ੍ਰਵਾਨ ਦੀ ਅਵਸਥਾ ਪ੍ਰਦਾਨ ਕਰਾਉਂਦਾ। ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਗਾ। ਆਪ ਪ੍ਰਭੂ ਰਹਿਮਤ ਕਰਕੇ ਜੀਵਾਂ ਤੋਂ ਬੰਦਗੀ ਕਰਾਉਂਦਾ। ਪੰਜ ਪ੍ਰਵਾਨ ਦੀ ਅਵਸਥਾ ਧਾਰਨ ਕਰਾਉਂਦਾ। ਕਰਮਖੰਡ ਦੀ ਜਿਹੜੀ ਅਵਸਥਾ ਬੜਾ ਡੀਟੇਲ ਚ ਆਪਾਂ ਜ਼ਿਕਰ ਕਰ ਆਏ ਹਾਂ। ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦੈ ਲਾਏਂਦਾ। ਸਿਰੇ ਸਿਰ ਧੰਦੈ ਲਾਏ। ਕਰਤਾ ਪੁਰਖ ਸਭ ਤੋਂ ਵੱਡਾ ਹੈ। ਉਸ ਦੀ ਸ੍ਰਿਸ਼ਟੀ ਵੀ ਬੇਅੰਤ ਹੈ ਤੇ ਸਾਰੇ ਜੀਵਾਂ ਨੂੰ ਉਹਨਾਂ ਦੇ ਕਰਮਾਂ ਮੁਤਾਬਕ ਧੰਦਿਆਂ 'ਚ ਜੋੜੀ ਰੱਖਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਵ ਕਰਾਏਂਦਾ। ਜਦੋਂ ਦੁਨੀਆ ਦੇ ਬਾਦਸ਼ਾਹ ਅਮੀਰ ਲੋਕ ਕੁਕਰਮੀ ਹੋ ਜਾਣ ਤਾਂ ਰੱਬ ਉਹਨਾਂ ਨੂੰ ਵੀ ਕੱਖੋਂ ਹੌਲੇ ਕਰ ਦਿੰਦਾ। ਕੱਖੋਂ ਹੌਲੇ। ਇਹ ਵਰਤਾਰਾ ਵਰਤਦਾ। ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏ। ਜੇ ਕਿਤੇ ਉਹਦੀ ਨਦਰ ਉਪੱਠੀ ਹੋ ਜਾਵੇ, ਪੁੱਠੀ ਹੋ ਜਾਵੇ, ਸੁਲਤਾਨਾਂ ਨੂੰ ਵੀ ਉਹ ਕੱਖੋਂ ਹੌਲੇ ਕਰ ਦਿੰਦਾ। ਇੰਨਾ ਕਿੰਨਾ ਕੁ ਹੌਲਾ ਕਰਦਾ, ਦਰ ਮੰਗਣ ਭਿੱਖ ਨਾ ਪਾਏ। ਤੇ ਫਿਰ ਜੇ ਉਹ ਲੋਕ ਦਰ ਮੰਗਣ ਜਾਣ, ਦਰ ਦੇ ਮੰਗਤੇ ਬਣ ਜਾਣ, ਕੋਈ ਉਹਨਾਂ ਨੂੰ ਖੈਰ ਨਹੀਂ ਪਾਉਂਦਾ। ਇੱਥੇ ਪੌੜੀ ਸਮਾਪਤ ਹੁੰਦੀ। ਉਦਮ ਕਰਨਾ, ਮੁਸ਼ੱਕਤ ਕਰਨੀ ਹੈ। ਜੀਵਨ ਇਮਾਨਦਾਰੀ ਦੇ ਨਾਲ ਜਿਉਣਾ, ਸੋਚ ਪਵਿੱਤਰ ਕਰਨੀ ਹੈ। ਕਰਤਾ ਪੁਰਖ ਆਪ ਹੀ ਵਡਿਆਈਆਂ ਬਖਸ਼ਦਾ। ਠੀਕ ਹੈ, ਸਾਰਾ ਕੁਝ ਉਸ ਦੀ ਰਜ਼ਾ ਦੇ ਅੰਦਰ ਹੋ ਰਿਹਾ। ਜੀਵਾਂ ਤੋਂ ਉਹ ਕਰਮ ਕਰਵਾ ਰਿਹਾ। ਪਰ ਅਸੀਂ ਹੁਣ ਆ ਜਿਹੜਾ ਗਿਆਨ ਹੈ, ਗੁਰਬਾਣੀ ਗੁਰੂ ਹੈ, ਆਪਣੇ ਗੁਰੂ ਦੀ ਗੱਲ ਸੁਣ ਕੇ ਉਹ ਪੱਲੇ ਬੰਨਣੀ ਹੈ। ਤੇ ਯਕੀਨ ਕਰੋ, ਨਦਰ ਉਪੱਠੀ ਨਹੀਂ ਹੋ ਸਕਦੀ ਜਦੋਂ ਆਪਾਂ ਗੁਰੂ ਦੇ ਅਕੋਰਡਿੰਗਲੀ ਆਪਣਾ ਜੀਵਨ ਜਿਵਾਂਗੇ।
ਜਦੋਂ ਉਹਦੀ ਰਜ਼ਾ ਚ ਰਵਾਂ। ਬਾਕੀ ਕਰਮ ਕਾਂਡ ਦੁਨੀਆ ਭਰ ਦੇ ਕਰੀ ਚੱਲੋ, ਪਿੱਛੇ ਉਹਨਾਂ ਨੇ ਸ਼ਲੋਕਾਂ ਚ ਸਾਰਾ ਦੱਸਤਾ। ਡਰੈਸਾਂ ਦੁਨੀਆ ਭਰ ਦੀਆਂ ਪਾਈ ਚੱਲੋ, ਧਾਰਮਿਕ ਚਿੰਨ੍ਹ ਧਾਰਮਿਕ ਸਰੂਪ ਦੁਨੀਆ ਭਰ ਦੇ ਰੱਖੀ ਜਾਓ। ਇਹਨਾਂ ਨੂੰ ਬਾਬਾ ਨਾਨਕ ਸੁਦੇ ਪਖੰਡ ਕਹਿੰਦਾ। ਛੋਡੀ ਲੈ ਪਾਖੰਡਾ, ਕਹਿੰਦੇ ਛੱਡ ਦੇ ਪਖੰਡ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ। ਐਵੇਂ ਥੋੜਾ ਲਿਖਿਆ ਛੋਡੀ ਲੈ ਪਾਖੰਡਾ, ਕਹਿੰਦੇ ਨਾਮ ਲੈ ਜਾਏ ਧਰਮ ਦਾ। ਜੇ ਕਰਤੇ ਪੁਰਖ ਦਾ ਨਾਮ ਜਪੇਗਾ ਤਾਂ ਹੀ ਤਰੇਗਾ, ਤਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਜਾਏਗਾ। ਕਿੰਨਾ ਕਰੈਕਟਰ ਦੱਸ ਦਿੱਤਾ ਉਹਨਾਂ ਦਾ, ਜਿਹੜੇ ਸੋ ਕਾਲਡ ਧਰਮੀ ਬਣੇ ਫਿਰਦੇ ਸੀ। ਮਾਨਸ ਖਾਣੇ ਕਰੇ ਨਵਾਜ, ਕਿਹੜਾ ਕੋਈ ਅੱਜ ਕੱਲ ਗੱਲ ਕਰਕੇ ਦੱਸ ਦੇ। ਕਹਿੰਦੇ ਹਾਕਮ ਜਿਹੜੇ ਆ ਇਹ ਬੰਦਿਆਂ ਦਾ ਲਹੂ ਪੀਣ ਵਾਲੇ, ਵੱਡੀ ਲੈਣ ਵਾਲੇ, 5 ਸਮੇਂ ਨਮਾਜ਼ ਵੀ ਪੜ੍ਹਦੇ ਆ। ਉਹਨਾਂ ਦੇ ਅੱਗੇ ਜਿਹੜੇ ਨੌਕਰ ਨੇ, ਜਿਹੜੇ ਮੁਨਸ਼ੀ ਰੱਖੇ ਆ, ਉਹਨਾਂ ਦੇ ਵੀ ਧਾਰਮਿਕ ਚਿੰਨ੍ਹ ਪਾਏ ਆ, ਪਰ ਉਹ ਵੀ ਇਸ ਜ਼ੁਲਮ ਦੇ ਵਿੱਚ ਪੂਰੇ ਸ਼ਾਮਲ ਹੁੰਦੇ ਆ। ਝੂਠ ਬੋਲ ਕੇ ਆਪਣੀ ਰੋਜ਼ੀ ਕਮਾਉਂਦੇ ਆ, ਬੇਈਮਾਨੀ ਦਾ ਧੰਦਾ ਕਰਦੇ ਆ, ਠੱਗੀ ਠੋਰੀ ਕਰਦੇ ਆ। ਤੇ ਦੂਜੇ ਪਾਸੇ ਬਾਹਮਣ ਮੱਥੇ ਤੇ ਚੰਦਨ ਦਾ ਟਿੱਕਾ ਲਾ ਕੇ ਭੂਸਰੇ ਰੰਗ ਦੀ, ਕਖਾਈ ਰੰਗ ਦੀ ਧੋਤੀ ਬੰਨ੍ਹਦੇ ਆ। ਇਹ ਕਹਿੰਦੇ ਏਦਾਂ ਨੇ ਜਿਵੇਂ ਇਹਨਾਂ ਦੇ ਹੱਥ 'ਚ ਛੁਰੀ ਹੋਏ, ਇੱਕ ਕਸਾਈ ਦਾ ਰੂਪ ਧਾਰ ਕੇ ਬੈਠੇ ਹੋਣ ਤੇ ਲੁਕਾਈ ਤੇ ਜ਼ੁਲਮ ਕਰ। ਅੱਗੇ ਪੌੜੀ ਦੇ ਵਿੱਚ ਤਾੜਨਾ ਕਰਦੇ, ਕਹਿੰਦੇ ਵੀ ਹਟ ਜਾਓ। ਇਸ ਤਰ੍ਹਾਂ ਬਹੁਤਾ ਚਿਰ ਨਹੀਂ ਚੱਲਦਾ। ਬਹੁਤਾ ਚਿਰ ਇਦਾਂ ਨਹੀਂ ਚੱਲਣਾ, ਕਿਉਂਕਿ ਹਰ ਜੀਵ ਪ੍ਰਮਾਤਮਾ ਦੇ ਧਿਆਨ 'ਚ ਹੈ ਤੇ ਉਹ ਕਰਤਾ ਪੁਰਖ ਆਪਣੀ ਰਹਿਮਤ ਨਾਲ ਬੰਦਗੀ ਕਰਵਾ ਲੈਂਦਾ, ਜੀਵਾਂ ਨੂੰ ਪੰਜ ਪ੍ਰਵਾਨ ਦੀ ਅਵਸਥਾ ਤੱਕ ਪ੍ਰਦਾਨ ਕਰ ਦਿੰਦਾ। ਖਾਲੀ ਉਹ ਹੀ ਨਹੀਂ, ਉਹਦੀ ਸ੍ਰਿਸ਼ਟੀ ਵੀ ਬੜੀ ਬੇਅੰਤ ਹੈ। ਜੀਵਾਂ ਨੂੰ ਉਹਦੇ ਕਰਮਾਂ ਮੁਤਾਬਕ ਧੰਦਿਆਂ 'ਚ ਲਾ ਰੱਖਦੀ। ਮਹਾਰਾਜ ਕਹਿੰਦੇ ਜਦੋਂ ਦੁਨੀਆ ਦੇ ਬਾਦਸ਼ਾਹ ਕੁਕਰਮੀ ਹੋ ਜਾਣ, ਕਰਤਾ ਪੁਰਖ ਇੱਕ ਨਾ ਇੱਕ ਦਿਨ ਉਹਨਾਂ ਨੂੰ ਕੱਖੋਂ ਹੌਲੇ ਕਰ ਦਿੰਦਾ। ਇੰਨਾ ਕੁ ਹੌਲਾ ਕਰਦਾ ਵੀ ਉਹ ਦਰ ਦਰ ਤੇ ਜਾ ਕੇ ਖੈਰ ਮੰਗਦੇ ਆ, ਉਹਨਾਂ ਨੂੰ ਕੋਈ ਖੈਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।